महला पहला। लब पाप दोए राजा मेहता, कूड़ होआ सिकदार। काम नेब सद पुछिए, बह बह करे विचार। अंधी रैयत ज्ञान विहूणी, पाप भरे मुरदार। ज्ञानी नचें वाजे वावें, रूप करें सिंगार। ऊंचे कूकें वादा गावें, जोधा का विचार। मूर्ख पंडित हिकमत हुज्जत, संजय करें प्यार। धर्मी धर्मगर करें गाँव में, मंगे मोख द्वार। जति सधावें जुगत न जाने, छड़ बहें घर बार। सबको पूरा आपे होवे, घट न कोई आखे। पत परवाना पिछे पाइए, तां नानक तोलिया जापे। वाहिगुरु जी का खालसा, वाहिगुरु जी की फतेह। धन धन श्री गुरु नानक देव जी महाराज ने जिथे अपनी बाणी विच बहुत जगह इस कलयुग के समय के प्रभाव का जिक्र करदियां फरमाया है कि अज दे समय विच सब पासे कूड़ फिरे प्रधान वे ला लो। ये पंक्ति अपने आप विच पूर्ण तौर ते व्याख्या पूर्त है। इसकी व्याख्या करने की कोई लोड़ नहीं। आख्या इस वेले जो धार्मिक आगू ने उन्हां दी हालत ये बनी हुई है कि कादी कूड़ बोल मल खाए, ब्राह्मण नहावे जियां गाए। जोगी जुगत न जाने अंध, तीने उजाड़े का बंद। कल काती राजे का साई, धर्म पंख कर उडरिया। कूड़ अमावस सच चंद्रमा, दिसै नाही कहाँ चढ़िया। ये उस समय दे हालात हैं। हालात अज भी हो जाए ने, पर जो अटल सच्चाई श्री गुरु नानक देव जी ने इन्हां श्लोकां विच वर्णन कीती है, असी कीर्तन करते हुए भी ਉਹਦੀ विचार वाले पासे घट ही तुरते। ते अज भी मैं देखता हाँ बड़े बड़े कीर्तनी हैं जिन्हां ते गुरु की बख्शिश है, वो आशा की वार का कीर्तन करते हैं, लोग बड़े प्यार नाल सुनते हैं। पर जिथे जिकर अर्थां की गल है, वो पक्ष साडा हाली भी अधूरा है। जे सचमुच विचार की जाए ते गुरबाणी इस जग में चानण, चानण का मतलब तो तुसी समझते, अंधेरे नूं दूर करने वास्ते चानण ही काम दिंदा। होर कोई जुगती, कोई तरीका, कोई ढंग ऐसा बनिया ही नहीं जिहड़ा अंधेरे नूं दूर कर सके।
ਬਾਣੀ ਵਿੱਚ ਵੀ ਲਿਖਿਆ, ਦੀਵਾ ਬਲੇ ਅੰਧੇਰਾ ਜਾਏ। ਤੋ ਇਹ ਜਿਹੜੀਆਂ ਧਰਮ ਪੁਸਤਕਾਂ ਹਨ, ਧਰਮ ਗ੍ਰੰਥ ਹਨ, ਬਾਣੀ ਹੈ, ਇਹਨੂੰ ਵਿਚਾਰਨ ਦੇ ਨਾਲ ਹੀ ਉਹ ਦੀਵਾ, ਉਹ ਗਿਆਨ ਦੀ ਰੋਸ਼ਨੀ ਪ੍ਰਾਪਤ ਹੋ ਸਕਦੀ। ਤੋ ਅੱਜ ਸ਼ਲੋਕ ਦੇ ਅੰਦਰ ਮਹਾਰਾਜ ਸਮਝਾਉਂਦੇ ਨੇ ਕਿ ਇਸ ਵੇਲੇ ਦਾ ਨਕਸ਼ਾ ਕੀ ਹੈ। ਲੱਭ ਪਾਪ ਦੋਏ ਰਾਜਾ ਮਹਿਤਾ। ਮੈਂ ਲੱਭ ਨੂੰ ਹਮੇਸ਼ਾ ਲੋਭ ਹੀ ਸਮਝਦਾ ਰਿਹਾ, ਪਰ ਵਿਚਾਰ ਕਰਨ ਨਾਲ ਸਮਝ ਆਈ ਕਿ ਨਹੀਂ, ਲੋਭ ਸੈਕੰਡ ਚੀਜ਼ ਹੈ। ਲੱਭ ਜਿਹੜਾ ਹੈ ਇਹ ਹੈ ਜ਼ਬਾਨ ਦਾ ਚਸਕਾ। ਹੋ ਸਕਦਾ ਤੁਹਾਡੇ ਵਿੱਚੋਂ ਕਈਆਂ ਨੂੰ ਪਹਿਲਾਂ ਪਤਾ ਹੋਵੇ, ਕਈਆਂ ਨੂੰ ਨਾ ਪਤਾ ਹੋਵੇ, ਪਰ ਗੁਰੂ ਨਾਨਕ ਪਾਤਸ਼ਾਹ ਫਰਮਾਉਂਦੇ ਨੇ ਇਸ ਵੇਲੇ ਇਹ ਜਿਹੜਾ ਜ਼ਬਾਨ ਦਾ ਚਸਕਾ ਹੈ, ਤੇ ਇਸ ਚਸਕੇ ਦੀ ਪੂਰਤੀ ਲਈ ਪਾਪ ਕਰਨਾ, ਇਹ ਦੋਵੇਂ ਰਾਜਾ ਤੇ ਮਹਿਤਾ। ਰਾਜਾ ਦਾ ਮਤਲਬ ਤੁਸੀਂ ਸਮਝਦੇ ਹੋ, ਮਹਿਤਾ ਆਮ ਤੌਰ ਤੇ ਪਟਵਾਰੀ ਨੂੰ ਕਿਹਾ ਜਾਂਦਾ ਹੈ, ਜਾਂ ਵਜ਼ੀਰ ਨੂੰ ਕਿਹਾ ਜਾਂਦਾ ਹੈ, ਜਾਂ ਚੌਧਰੀ ਨੂੰ ਕਿਹਾ ਜਾਂਦਾ। ਇਹ ਜਿਹੜਾ ਮਹਿਤਾ ਸਾਹਿਬ ਸ਼ਬਦ ਹੈ ਨਾ, ਕਿਧਰੇ ਕਿਧਰੇ ਹਾਲੀ ਵੀ ਵਰਤਿਆ ਜਾਂਦਾ। ਤੋ ਰਾਜਾ ਜੋ ਹੈ ਉਹ ਜ਼ਬਾਨ ਦਾ ਚਸਕਾ। ਵਿਚਾਰੋ, ਅਸੀਂ ਜ਼ਬਾਨ ਦੇ ਚਸਕੇ ਦੇ ਅਧੀਨ ਗਲਤ ਚੀਜ਼ਾਂ ਖਾਂਦੇ ਹਾਂ, ਤੇ ਜਦੋਂ ਉਹਨਾਂ ਦਾ ਫਿਰ ਨਤੀਜਾ ਭੁਗਤਣਾ ਪੈਂਦਾ ਫਿਰ ਪਛਤਾਉਂਦੇ ਹਾਂ। ਇਸੇ ਤਰ੍ਹਾਂ ਜਿਹੜਾ ਪਾਪ ਹੈ ਇਹ ਵੀ ਮਨੁੱਖ ਕਿਉਂ ਕਰਦਾ? ਸਿਰਫ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ। ਜਦੋਂ ਪੜ੍ਹੀਦਾ ਕਿਸੇ ਸ਼ਰਾਬੀ ਨੇ, ਕਿਸੇ ਨਸ਼ੇੜੀ ਨੇ ਆਪਣੀ ਪਤਨੀ ਨੂੰ ਮਾਰ ਦਿੱਤਾ, ਕਾਰਨ ਲੱਭਿਆ ਉਹਦਾ ਨਸ਼ਾ ਨਹੀਂ ਪੂਰਾ ਹੁੰਦਾ ਸੀ, ਉਹ ਘਰਵਾਲੀ ਤੋਂ ਪੈਸੇ ਮੰਗਦਾ ਸੀ। ਹੁਣ ਇਹ ਦੱਸੋ, ਕਮਾਉਣ ਵਾਲਾ ਬੰਦਾ ਘਰਵਾਲੀ ਤੋਂ ਪੈਸੇ ਮੰਗੇ ਤੇ ਕਿਵੇਂ ਕੰਮ ਚੱਲੇ? ਪਰ ਉਹ ਆਪਣੇ ਨਸ਼ੇ ਦੀ ਪੂਰਤੀ ਵਾਸਤੇ ਆਪਣੀ ਜੀਵਨ ਸਾਥਣ ਨੂੰ ਕਈ ਨਾਲ, ਕੁਹਾੜੀ ਨਾਲ, ਕਿਰਪਾਨ ਨਾਲ, ਗੋਲੀ ਨਾਲ ਮਾਰ ਦਿੰਦਾ। ਕਿੱਡਾ ਵੱਡਾ ਪਾਪ ਹੈ। ਕਈ ਪੁੱਤਰ ਆਪਣੇ ਪਿਤਾ ਨੂੰ ਮਾਰ ਦਿੰਦੇ, ਕਈ ਆਪਣੀ ਮਾਂ ਨੂੰ ਮਾਰ ਦਿੰਦੇ। ਏਡੂ ਵੱਡਾ ਪਾਪ ਕਿਹੜਾ? ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਫਰਮਾਇਆ, ਇਸ ਸਮੇਂ ਜ਼ਬਾਨ ਦਾ ਚਸਕਾ ਰਾਜਾ ਹੈ ਤੇ ਪਾਪ ਉਸ ਦਾ ਵਜ਼ੀਰ ਹੈ। ਲੱਭ ਪਾਪ ਦੋਏ ਰਾਜਾ ਮਹਿਤਾ। ਇਹ ਦੋਏ ਨੂੰ ਲੱਭ ਤੇ ਪਾਪ ਦੇ ਨਾਲ ਜੋੜ ਕੇ ਪੜ੍ਹਨਾ। ਲੱਭ ਪਾਪ ਦੋਏ ਰਾਜਾ ਮਹਿਤਾ। ਕੂੜ ਹੋਆ ਸਿਕਦਾਰ। ਤੇ ਜਿਹੜਾ ਝੂਠ ਹੈ ਉਹ ਚੌਧਰੀ। ਜਿਵੇਂ ਆਮ ਤੌਰ ਤੇ ਕਹਿ ਦਿੰਦੇ ਨਾ ਵੀ ਗੁੰਡੀ ਰਨ ਪ੍ਰਧਾਨ, ਝੂਠ ਬੋਲਣ ਵਾਲੀ, ਗਲਤ ਗੱਲਾਂ ਕਰਨ ਵਾਲੀ, ਤੋਂ ਕੂੜ ਦੀ ਪ੍ਰਧਾਨਤਾ ਮਹਾਰਾਜ ਨੇ। ਤੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਹੋਰ ਵੀ ਕਈ ਜਗ੍ਹਾ ਲਈ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬਿਲਾਨ। ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇਲਾ। ਸ਼ਰਮ ਧਰਮ ਦੋ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇਲਾ। ਕਹਿਣ ਦਾ ਮਤਲਬ ਕੂੜ ਜਿਹੜਾ ਉਹ ਸਿਕਦਾਰ ਹੈ। ਸਿਕਦਾਰ ਦੇ ਅਰਥ ਕਈ ਵਿਦਵਾਨਾਂ ਨੇ ਸਰਦਾਰ ਕੀਤੇ ਨੇ, ਥਾਣੇਦਾਰ ਕੀਤੇ ਨੇ, ਚੌਧਰੀ ਕੀਤੇ ਨੇ। ਕਹਿਣ ਦਾ ਮਤਲਬ ਚੱਲਦਾ ਇਹਦਾ ਹੁਕਮ ਹੈ।
ਚਲਾਉਣ ਵਾਲੇ ਲੱਭ ਤੇ ਪਾਪ। ਲੱਭ ਪਾਪ ਦੋਇ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮ ਨੇਬ ਸਦ ਪੁੱਛੀ ਹੈ। ਇਹ ਸਾਰੀ ਚੰਡਾਲ ਚੌਂਕੜੀ ਦਾ ਇੱਕ ਨਕਸ਼ਾ ਬਣਾ ਕੇ ਦੱਸ। ਤੇ ਕਾਮ ਜਿਹੜਾ ਇਹਨਾਂ ਦਾ ਨਾਇਬ ਹੈ। ਨਾਇਬ ਅਸੀਂ ਸ਼ਬਦ ਸੁਣਦੇ ਹਾਂ ਕਚਹਿਰੀਆਂ ਦੇ ਵਿੱਚ, ਨਾਇਬ ਕੋਰਟ ਹੁੰਦਾ ਜਿਹੜਾ ਸਰਕਾਰੀ ਵਕੀਲ ਵੀ ਕਿਹਾ ਜਾਂਦਾ, ਜਿਹੜਾ ਸਰਕਾਰ ਦੇ ਕੇਸਾਂ ਦੀ ਵਕਾਲਤ ਕਰਦਾ, ਉਹ ਕਾਮ ਹੈਗਾ। ਕਾਮ ਨੇਬ ਸਦ ਪੁੱਛੀ ਹੈ। ਸਾਦੇ ਦੱਦੇ ਨੂੰ ਸਿਹਾਰੀ ਇਹਨੂੰ ਸੱਦ ਕੇ ਇਹਦੀ ਸਲਾਹ ਪੁੱਛੀ ਜਾਂਦੀ ਵੀ ਹੁਣ ਕਿਵੇਂ ਕਰਨਾ। ਲਓ ਹੁਣ ਸਾਰੀ ਚੰਡਾਲ ਚੌਂਕੜੀ ਦਾ ਨਕਸ਼ਾ ਸਾਡੇ ਸਾਹਮਣੇ। ਜਿਹੜੇ ਮਹਾਂਪੁਰਖਾਂ ਦੇ ਬਚਨ ਨੇ ਉਹ ਸਦਾ ਅਟਲ ਹਨ, ਸੱਚੇ। ਅੱਜ ਵੀ ਦੇਖ ਲਓ ਇਹੋ ਕੁਝ ਹੋ ਰਿਹਾ। ਪ੍ਰਜਾ ਪਿਸ ਰਹੀ ਹੈ, ਪ੍ਰਜਾ ਦੁਖੀ ਹੈ, ਪ੍ਰਜਾ ਰੋਈ। ਰਾਜੇ ਕਹਿੰਦੇ ਨਹੀਂ, ਜੋ ਅਸੀਂ ਕਰ ਦਿੱਤਾ ਠੀਕ। ਬਹਿ ਬਹਿ ਕਰੇ ਵਿਚਾਰ। ਇਹ ਸਾਰੀ ਚੰਡਾਲ ਚੌਂਕੜੀ ਆਪਸ ਵਿੱਚ ਬੈਠ ਕੇ ਵਿਚਾਰ ਕਰਦੀ। ਅੰਧੀ ਰਈਅਤ ਗਿਆਨ ਵਿਹੂਣੀ। ਰਈਅਤ ਕਹਿੰਦੇ ਨੇ ਪ੍ਰਜਾ ਨੂੰ। ਪ੍ਰਜਾ ਵਿੱਚ ਦੋ ਦੋਸ਼ ਨੇ, ਇੱਕ ਤੇ ਅੰਨੀ ਹੈ ਤੇ ਇੱਕ ਗਿਆਨ ਵਿਹੂਣੀ, ਇਹਨੂੰ ਸਮਝ ਕੋਈ। ਤੋ ਗੁਰੂ ਨਾਨਕ ਪਾਤਸ਼ਾਹ ਨੇ ਤੱਤ ਕੱਢਿਆ ਕਿ ਅੰਧੀ ਰਈਅਤ ਗਿਆਨ ਵਿਹੂਣੀ, ਭਾ ਭਰੇ ਮੁਰਦਾਰ। ਭਾ ਕਹਿੰਦੇ ਨੇ ਅੱਗ ਨੂੰ। ਤ੍ਰਿਸ਼ਨਾ ਰੂਪੀ ਅੱਗ ਕੀ ਰਾਜਾ ਕੀ ਪ੍ਰਜਾ ਕੀ ਸਰਦਾਰ ਸਭ ਦੇ ਅੰਦਰ। ਔਰ ਇਹ ਤ੍ਰਿਸ਼ਨਾ ਰੂਪੀ ਅੱਗ ਨੂੰ ਬੁਝਾਉਣ ਵਾਸਤੇ ਮੁਰਦਾਰ ਪਰਾਇਆ ਹੱਕ ਖਾਂਦੇ, ਵੱਡੀ ਖਾਂਦੇ। ਜਿਤਨੇ ਕਪਲੇ, ਜਿਤਨੀ ਵੱਡੀ ਵੱਡੇ ਲੋਕ ਲੈਂਦੇ ਨੇ, ਮਾੜੇ ਤੇ ਉਹ ਹੀ ਡਰਦੇ ਨੇ ਵਿਚਾਰੇ। ਇੱਕ ਨਕਸ਼ਾ। ਫਿਰ ਗਿਆਨੀ ਨੱਚੈ ਵਾਜੇ ਵਾਵੇਂ, ਰੂਪ ਕਰੈ ਚਿੰਗਾਰ। ਗਿਆਨੀ ਜਿਹੜੇ ਆਪਣੇ ਆਪ ਨੂੰ ਗਿਆਨਵਾਨ ਅਖਵਾਉਂਦੇ ਉਹ ਨੱਚਦੇ ਨੇ। ਆ ਜਿਹੜੇ ਰਾਸ ਧਾਰੀਏ ਨੇ ਇਹ ਰਾਸਾਂ ਪਾਉਂਦੇ ਨੇ। ਜਿਹੜਾ ਉਹਨਾਂ ਵਿੱਚ ਜ਼ਿਆਦਾ ਚਤੁਰ ਚਲਾਕ ਗਿਆਨਵਾਨ ਹੁੰਦਾ ਉਹ ਉਹਨਾਂ ਨੂੰ ਆਦੇਸ਼ ਦਿੰਦਾ, ਤਥਾ ਕਰਕੇ ਵਿਖਾਉਂਦਾ। ਤੋ ਗਿਆਨੀ ਜਿਹੜੇ ਨੇ, ਗਿਆਨਵਾਨ ਜਾਣਨ ਵਾਲੇ, ਉਹ ਨੱਚ ਰਹੇ। ਤੇ ਜਿਹੜੇ ਉਹਨਾਂ ਦੇ ਚੇਲੇ ਬਾਲਕੇ ਨੇ ਉਹ ਵਾਜੇ ਵਾਵੇਂ, ਉਹ ਸਾਜ਼ ਵਜਾਉਂਦੇ। ਰੂਪ ਕਰੇ ਚਿੰਗਾਰ, ਤੇ ਕਈ ਤਰ੍ਹਾਂ ਦੇ ਸ਼ਿੰਗਾਰ ਕਰਕੇ ਉਹ ਰੂਪ ਬਣਾਉਂਦੇ। ਕੋਈ ਕਿਸੇ ਅਵਤਾਰ ਦਾ ਰੂਪ ਬਣ ਜਾਂਦਾ ਹੈ, ਕੋਈ ਕਿਸੇ ਦੇਵੀ ਦਾ ਰੂਪ ਬਣ ਜਾਂਦਾ। ਤੋ ਇਸ ਤਰ੍ਹਾਂ ਇਹ ਸਾਰੀ ਖੇਡ ਸੰਸਾਰ ਦੇ ਪਲੇਟਫਾਰਮ ਉੱਤੇ ਖੇਡੀ ਜਾ ਰਹੀ। ਉੱਚੇ ਕੂਕੈ ਵਾਧਾ ਗਾਵੇਂ, ਜੋਧਾ ਕਾ ਵਿਚਾਰ। ਉਹ ਫਿਰ ਉੱਚੀਆਂ ਕੂਕਾਂ ਮਾਰਦੇ। ਕੋਈ ਨਾ ਕੋਈ ਪ੍ਰਸੰਗ ਲੈ ਕੇ ਉਹਦਾ ਨਾਮ ਰੱਖ ਕੇ ਫਿਰ ਉਸ ਦਾ ਐਕਸ਼ਨ ਕਰਦੇ ਨੇ। ਉਹਨੂੰ ਐਕਟਿੰਗ ਕਰਕੇ ਲੋਕਾਂ ਨੂੰ ਵਿਖਾਉਂਦੇ ਨੇ। ਕਿਸੇ ਯੋਧੇ ਦੀ ਵਾਰ ਲੈ ਲਈ, ਕੋਈ ਹੋਰ ਕਿਸੇ ਧਰਮੀ ਦੀ, ਦਾਨੀ ਦੀ, ਮਤਲਬ ਕਹਿਣ ਤੋਂ ਕਿ ਉਹ ਇਸ ਤਰ੍ਹਾਂ ਦਾ ਐਕਸ਼ਨ ਕਰ। ਉੱਚੇ ਕੂਕੈ ਵਾਧਾ ਗਾਵੇਂ, ਜੋਧਾ ਕਾ ਵਿਚਾਰ। ਤੇ ਯੋਧਿਆਂ ਦਾ ਕੋਈ ਪ੍ਰਸੰਗ ਲੈ ਲੈਂਦਾ। ਮੂਰਖ ਪੰਡਿਤ ਹਿਕਮਤ ਹੁਜਤ। ਹੁਣ ਅਸੀਂ ਨਹੀਂ ਕਹਿ ਸਕਦੇ ਕਿਸੇ ਨੂੰ ਮੂਰਖ, ਪਰ ਮਹਾਰਾਜ ਕਹਿੰਦੇ ਨੇ ਉਹ ਪੰਡਿਤ ਮੂਰਖ ਹਨ ਜਿਹੜੇ ਦਿਖਾਵਾ ਕਰਦੇ ਨੇ, ਲੋਕਾਂ ਨੂੰ
ਮਿਥਿਆਸਕ ਕਹਾਣੀਆਂ ਬਣਾ ਕੇ ਆਪਣੇ ਪਿੱਛੇ ਲਾਉਂਦੇ ਨੇ ਔਰ ਗੱਲਾਂ ਕਰਨ ਵਿੱਚ ਬੜੇ ਹਿਕਮਤਵਾਨ ਨੇ, ਬੜੀਆਂ ਹੁਜਤਾਂ ਕਰਦੇ ਨੇ। ਪਰ ਇਸ ਸਾਰੀ ਕਾਰਵਾਈ ਦਾ ਮਕਸਦ ਕੀ ਹੈ? ਸੰਜੈ ਕਰੇ ਪਿਆਰ, ਪੈਸੇ ਇਕੱਠੇ ਕਰਨਾ, ਲੋਕਾਂ ਨੂੰ ਬੁੱਧੂ ਬਣਾਉਣਾ, ਲੋਕਾਂ ਨੂੰ ਲੁੱਟਣਾ ਤੇ ਮਾਲ ਇਕੱਠਾ ਕਰਨਾ। ਭੁੱਲ ਨਾ ਜਾਇਓ, ਇੱਕ ਇੱਕ ਪੰਕਤੀ ਨੂੰ, ਇੱਕ ਇੱਕ ਅੱਖਰ ਨੂੰ ਧਿਆਨ ਨਾਲ ਸੁਣਨਾ ਤੇ ਸਮਝ ਲਓ। ਇਹ ਤਾਂ ਇਹਨਾਂ ਲੋਕਾਂ ਦੇ ਸਾਰਾ ਕਿਰਦਾਰ ਚਿਤਰਨ ਹੋ ਗਿਆ। ਹੁਣ ਆ ਗਈ ਗੱਲ ਧਰਮੀ ਧਰਮ ਕਰੇ ਗਾਵਾਵੇਂ। ਜਿਹੜੇ ਆਪਣੇ ਆਪ ਨੂੰ ਧਰਮੀ ਅਖਵਾਉਂਦੇ ਨੇ, ਧਰਮ ਦੇ ਕੰਮ ਕਰਦੇ ਨੇ, ਪਰ ਉਹ ਵੀ ਨਾਲ ਦੀ ਨਾਲ ਗਵਾ ਲੈਂਦੇ ਨੇ। ਤੁਸੀਂ ਆਖੋਗੇ ਉਹ ਕਿਵੇਂ? ਉਹ ਜਿੰਨਾ ਕੁ ਧਰਮ ਕਰਦੇ ਨੇ ਉਹਨਾਂ ਉਹ ਫਲ ਵੀ ਚਾਹੁੰਦੇ ਨੇ। ਉਹਨਾਂ ਦੀ ਲਾਲਸਾ ਧਰਮ ਕਰਨ ਦੀ ਨਹੀਂ ਹੁੰਦੀ। ਜੇ ਉਹਨਾਂ ਨੇ 100 ਬੰਦੇ ਨੂੰ ਰੋਟੀ ਖਵਾ ਦਿੱਤੀ, ਜੇ ਉਹਨਾਂ ਨੂੰ 100 ਲੋੜਵੰਦਾਂ ਨੂੰ ਕੰਬਲ ਲੈ ਦਿੱਤੇ, ਪਿੱਛੇ ਭਾਵਨਾ ਕੀ ਹੈ? ਵੀ ਇੱਕ ਤੇ ਲੋਕੀ ਸਾਡੀ ਜੈ ਜੈਕਾਰ ਕਰਨ, ਜਿਨ੍ਹਾਂ ਨੂੰ ਅਸੀਂ ਦਾਨ ਦਿੱਤਾ ਹੈ ਉਹ ਵੀ ਸਾਡੀ ਜੈ ਜੈਕਾਰ ਕਰਨ, ਤੇ ਫਿਰ ਰੱਬ ਨੂੰ ਵੀ ਉਹ ਕਹਿੰਦੇ ਨੇ ਵੀ ਅਸੀਂ ਇੰਨੇ ਬੰਦਿਆਂ ਨੂੰ ਆਹ ਕੰਮ ਕੀਤਾ ਹੈ, ਧਰਮ ਦਾ ਕੰਮ ਕੀਤਾ, ਤੇ ਸਾਡੇ ਕਾਰੋਬਾਰ ਵਿੱਚ ਵੀ ਇੰਨਾ ਹੀ ਵਾਧਾ ਹੋਣਾ ਚਾਹੀਦਾ। ਉਹ ਨਾਲ ਦੀ ਨਾਲ ਗਵਾ ਲੈਂਦੇ ਨੇ, ਕਿਉਂਕਿ ਉਹਨਾਂ ਦੀ ਧਰਮ ਦੀ ਭਾਵਨਾ ਨਹੀਂ ਹੈਗੀ, ਧੰਦੇ ਦੀ ਭਾਵਨਾ। ਉਹ ਤਾਂ ਇੱਕ ਵਪਾਰ ਕਰ ਰਹੇ, ਜਿਸ ਤਰ੍ਹਾਂ ਇੱਕ ਬਿਜ਼ਨਸਮੈਨ ਰਾਸ ਪੂੰਜੀ ਲਾਉਂਦਾ ਇਸ ਲਈ ਕਿ ਮੈਨੂੰ ਇੰਨਾ ਨਫਾ ਹੋਵੇ। ਇਸੇ ਤਰ੍ਹਾਂ ਧਰਮੀ ਧਰਮ ਕਰੇ ਗਾਵਾਵੇਂ, ਮੰਗੇ ਮੋਖ ਦੁਆਰ। ਚਲੋ ਹੋਰ ਕੁਝ ਨਹੀਂ ਤੇ ਮੁਕਤੀ ਦਾ ਦਰਵਾਜ਼ਾ ਤੇ ਚਾਹੁੰਦੇ ਹੀ ਨਹੀਂ। ਇਹ ਵੀ ਰਿਜੈਕਟ ਹੋ ਗਏ। ਇਹਨਾਂ ਦਾ ਕੀਤਾ ਹੋਇਆ ਧਰਮ ਦੀ ਅਸਲੀਅਤ ਵੀ ਬਾਬੇ ਨੇ ਦੱਸ ਦਿੱਤੀ। ਫਿਰ ਜਤੀ ਸਦਾਵੇਂ ਜੁਗਤ ਨ ਜਾਣੇ, ਛੱਡ ਬਹਿ ਘਰ ਬਾਰ। ਜਿਹੜੇ ਆਪਣੇ ਆਪ ਨੂੰ ਜਤੀ ਸਦਾਉਂਦੇ ਨੇ, ਆਂਦੇ ਨੇ ਅਸੀਂ ਵਿਆਹ ਨਹੀਂ ਕਰਾਉਣਾ, ਪਰ ਉਹਨਾਂ ਨੂੰ ਜਤੀ ਬਣਨ ਦੀ ਜੁਗਤੀ ਤੇ ਆਉਂਦੀ ਕੋਈ ਨਹੀਂ। ਦੇਖਾ ਦੇਖੀ ਉਹ ਘਰ ਨੂੰ ਛੱਡ ਬਹਿੰਦੇ, ਪਰਿਵਾਰ ਨੂੰ ਤਿਆਗ ਦਿੰਦੇ, ਮਾਂ ਬਾਪ ਨੂੰ ਛੱਡ ਦਿੰਦੇ ਨੇ, ਭੈਣ ਭਰਾਵਾਂ ਨੂੰ ਛੱਡ ਦਿੰਦੇ ਤੇ ਜੰਗਲਾਂ ਨੂੰ ਚਲੇ ਜਾਂਦੇ। ਪਰ ਗੁਰੂ ਬਾਬੇ ਨੇ ਤਾਂ ਕਿਹਾ ਐਸੇ ਜਤੀ ਨਾ ਬਣੋ। ਜਤੀ ਬਣਨ ਵਾਸਤੇ ਆਪਣੇ ਇੰਦਰੀਆਂ ਤੇ ਕਾਬੂ ਪਾਓ। ਆਖਿਆ ਇਹ ਵੀ ਖੁੰਝ ਗਏ। ਜਤੀ ਸਦਾਵੇਂ ਜੁਗਤ ਨ ਜਾਣੇ, ਛੱਡ ਬਹਿ ਘਰ ਬਾਰ। ਅੱਜ ਬਹੁਤੇ ਜਤੀਆਂ ਦੇ ਜਲੂਸ ਨਿਕਲਦੇ ਨੇ। ਫਿਰ ਬਾਬੇ ਨੇ ਕਿਹਾ ਕਿ ਗ੍ਰਸਤੀਆਂ ਦੇ ਘਰ ਜਾ ਕੇ ਮੰਗਦੇ ਨੇ ਤੇ ਉੱਥੇ ਆਪਣੀ ਨੀਅਤ ਖਰਾਬ ਕਰਦੇ ਨੇ। ਜਤੀ ਸਦਾਵੇਂ ਜੁਗਤ ਨ ਜਾਣੇ, ਛੱਡ ਬਹਿ ਘਰ ਬਾਰ। ਸਭ ਕੋ ਪੂਰਾ ਆਪੇ ਹੋਵੇ। ਕਿਸੇ ਨਾਲ ਗੱਲ ਕਰੋ, ਸਭ ਆਪਣੇ ਆਪ ਨੂੰ ਕਹਿੰਦੇ ਅਸੀਂ ਬਿਲਕੁਲ ਪੂਰੇ, ਸਾਡੇ ਵਿੱਚ ਕੋਈ ਕਮੀ ਨਹੀਂ। ਘਾਟ ਨਾ ਕਿਨੀ ਕਹਾਇਆ, ਸਭ ਕਹਤੇ ਹੈ ਪਾਇਆ। ਸਭ ਕੋ ਪੂਰਾ ਆਪੇ ਹੋਵੇ। ਘੱਟ ਨਾ ਕੋਈ ਆਖੇ, ਕੋਈ ਆਪਣੇ ਆਪ ਨੂੰ ਘੱਟ ਨਹੀਂ ਕਹਿੰਦਾ। ਲਓ ਮਹਾਰਾਜ ਫੈਸਲਾ ਕਰਦੇ ਨੇ, ਪਤ ਪਰਵਾਣਾ ਪਿੱਛੇ ਪਾਈਐ, ਤਾਂ ਨਾਨਕ ਤੋਲਿਆ ਜਾਪੈ। ਵਾਹਿਗੁਰੂ ਦੀ ਦਰਗਾਹ ਵਿੱਚ ਜੇ ਇੱਜ਼ਤ ਰੂਪੀ ਵੱਟੇ ਨਾਲ ਤੋਲਿਆ ਜਾਏ ਤੇ ਜਿਹੜਾ ਪੂਰਾ ਉਤਰੇਗਾ ਉਹੀ ਪੂਰਾ ਕਿਹਾ ਜਾਏ। ਇਹ ਇੱਥੇ ਆਪਣੇ ਆਪ ਮੀਆਂ ਮਿੱਠੂ ਬਣੀ ਫਿਰਦੇ। ਮਹਾਰਾਜ ਨੇ ਤੇ ਕਿਹਾ ਭਾਈ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਧਰਮ। ਲਓ ਹੁਣ ਇਸ ਸ਼ਲੋਕ ਦੀ ਵਿਚਾਰ
ਇੱਥੇ ਸੰਪੂਰਨ ਹੋਈ। ਇਹਦੀ ਵਿਚਾਰ ਕਰਨ ਲਈ ਬਹੁਤ ਸਮਾਂ ਚਾਹੀਦਾ। ਤੋ ਇਸ਼ਾਰੇ ਮਾਤਰ ਗੁਰਦੇਵ ਨੇ ਸਮਝਾ ਕਿ ਲੱਭ ਪਾਪ ਤੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ, ਕਾਮਨੇਵ ਸਦ ਪੁੱਛੀਐ, ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵਿਹੂਣੀ, ਭਾ ਪਰੇ ਮੁਰਦਾਰ, ਗਿਆਨੀ ਨੱਚੈ ਵਾਜੇ ਵਾਵੇਂ, ਰੂਪ ਕਰੈ ਧਿੰਗਾਰ। ਊਚੇ ਕੂਕੈ ਵਾਦਾ ਗਾਵੇਂ, ਜੋਧਾ ਕਾ ਵਿਚਾਰ। ਮੂਰਖ ਪੰਡਿਤ हिकमत होजत, संजय करें प्यार। धर्मी धर्म करें गावावें, मंगे मोख द्वार। जति सदावें जुगत न जाने, छड़ बहें घर बार। सबको पूरा आपे होवे, घट न कोई आखे। पत परवाना पिछे पाइए, ता नानक तोलिया जापे। वाहिगुरु जी का खालसा, वाहिगुरु जी की फतेह।